ਇਹ ਬਾਣੀ ਜੋ ਜੀਉ ਜਾਣੈ, ਤਿਸ ਅੰਤਰ ਰਵੈ ਹਰਿ ਨਾਮ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ, ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ, ਬਾਣੀ ਬਿਰਲੋ ਵਿਚਾਰਸੀ। ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ। ਨਿਜ ਘਰ ਵਾਸਾ ਹੋਏ, ਮਹੱਲਾ ਪਹਿਲਾ। ਉਦੋਸ ਹੈ ਕਿਆ ਨਿਸ਼ਾਨੀ, ਟੋਟ ਨ ਆਵੇ ਅੰਨੀ। ਉਦੋਸੀ ਕਰੇ ਹੀ ਬੁੱਠੀ, ਕੁੜਈ ਰੰਨੀ ਧੰਮੀ। ਸਤੀ ਰੰਨੀ ਕਰੇ ਸਿਆਪ, ਰੋਵਣ ਕੂੜੀ ਕਮੀ। ਜੋ ਲੇਵੈ ਸੋ ਦੇਵੈ ਨਾਹੀ, ਖਟੇ ਦਮ ਸਹਮੀ। ਪਬਰ ਤੂੰ ਹਰਿ ਆਵਲਾ, ਕਮਲ ਕੰਚਨ ਵੰਨ। ਕੈ ਦੋਖੜੈ ਸੜਿਓ ਹੈ, ਕਾਲੀ ਹੋਈਆ ਦੇਹੁਰੀ। ਨਾਨਕ ਮੈਂ ਤਨ ਭੰਗ, ਜਾਣਾ ਪਾਣੀ ਨਾਲ ਹਾਂ। ਜੈਸੇ ਤੀ ਮੇਰਾ ਸੰਗ, ਜਿਤ ਡਿਠੈ ਤਨ ਪਰ ਫੋੜੈ। ਚੜ੍ਹੈ ਚਵਗਣ ਵੰਨ, ਜਾਣਾ ਪਾਣੀ ਨਾਲ ਹਾਂ। ਜੈਸੇ ਤੀ
संग जित डिठै तन पर फोड़ै चढ़ै चवगण वन वाहिगुरु जी का खालसा वाहिगुरु जी की फतेह। सलोक वारां ते वधीक इस बाणी दे विचों दो सलोक जो 1412 अंग ते दर्ज हैं आप जी ने पाठ सरवण किया है। इन्हां सलोकां दे विचार भाई रजिंदर सिंह जी BA हैड ग्रंथी गुरुद्वारा मजनू का टिल्ला आप जी नूं सरवण करवाउणगे। अमृत संचार हर एतवार 11 बजे हुंदा है। वीकेंड का लॉकडाउन खुलण करके हुण एतवार अमृत संचार की सेवा होएगी। जो भी अमृत बलाखी अमृत छकना चाहते ने वो एतवार 30 तरीक नूं सवेरे 9 बजे तक केसी स्नान करके जरूर पहुँच जान। गुरु घर की सेवा दे विच गुरु के लंगरां वास्ते रसद कड़ा प्रसाद की देग वास्ते देसी घ्यो बाला साहब हॉस्पिटल वास्ते बैड तो लैके वेंटीलेटर तक कोई भी सेवा आप जी भेज सकते हो। इमारत की सेवा जथेदार बाबा बचन सिंह जी करवा रहे हैं। अपने घरां विच बच्चियां नाल पंजाबी बोलो, बच्चियां नूं गुरमुखी पढ़ाओ ताकि साडे बच्चे गुरु ग्रंथ साहिब पातशाह महाराज जी दे चरनी लग सकन। अपने नावां दे नाल भी सिंह ते कौर शब्द लिखो। जे माँ बाप तो भुल गलती हुई है तो सानू अपने सर्टिफिकेट भी ठीक कराने चाहिए ने। उन्हां दे विच भी नाम सिंह अते कौर लिखवाना चाहिए। आओ अगले समय लिए गुरबाणी विचार सरवण करिए। वाहिगुरु जी का खालसा वाहिगुरु जी की फतेह। वाहिगुरु 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 वाहिगुरु। एक ओंकार सतनाम करता पुरख निरभउ निर्वैर अकाल मूरत आजूनी सैभं गुर प्रसाद। मेहरबान साहिब मेहरबान साहिब मेरा मेहरबान जी सगल को दे दान। तू काहे डोलें प्राणिया तुध राखेगा सिरजनहार। जिन पैदाइश तू किया सोई दे आधार। जिन उपाई मेदनी सोई कर दासार।
ਘਟ ਘਟ ਮਾਲਕ ਦਿਲਾਂ ਕਾ, ਸੱਚਾ ਪਰਵਦਗਾਰ। ਕੁਦਰਤ ਕੀਮ ਨ ਜਾਣੀਐ, ਵੱਡਾ ਵੇ ਪਰਵਾਹ। ਕਰ ਬੰਦੇ ਤੂੰ ਬੰਦਗੀ, ਜਿਚਰ ਘਟ ਮੈਂ ਸਾ। ਤੂੰ ਸਮਰੱਥ ਅਕਥ ਅਗੋਚਰ, ਜੀਉ ਪਿੰਡ ਤੇਰੀ ਰਾਸ। ਰਹਿਮ ਤੇਰੀ ਸੁਖ ਪਾਇਆ ਸਦਾ, ਨਾਨਕ ਕੀ ਅਰਦਾਸ। ਰਹਿਮ ਤੇਰੀ ਸੁਖ ਪਾਇਆ ਸਦਾ, ਨਾਨਕ ਕੀ ਅਰਦਾਸ। ਕੋਟ ਪਰਾਧ ਹਮਾਰੇ ਖੰਡੋ, ਅਨਕ ਵਿਧि ਸਮਝਾਵੋ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਵੋ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਵੋ। ਬਾਲਾ ਪ੍ਰੀਤਮ ਸਤਿਗੁਰੂ ਸ਼੍ਰੀ ਹਰਿਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁੱਖ ਜਾਏ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੀ ਜੋਤ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਦਾ ਨਿਗਮਾਨ ਰਹੀ ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਨਿਮਰਤਾ ਸਹਿਤ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਤਾ ਯੋਗ ਹੋ। ਅੰਮ੍ਰਿਤ ਵੇਲੇ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਰੱਬੀ ਬਾਣੀ ਸ਼੍ਰੀ ਆਸਾ ਜੀ ਦੀ ਵਾਰ ਦੇ ਹਰ ਜਸ ਕੀਰਤਨ ਆਪ ਜੀ ਨੇ ਸ਼ਰਵਣ ਕੀਤੇ ਨੇ। ਸਮਾਂ ਲੜੀਵਾਰ ਗੁਰ ਸ਼ਬਦ ਦੀ ਵਿਚਾਰ ਦਾ ਹੈ। ਸ਼ਬਦ ਆਪ ਜੀ ਨੂੰ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੈਡ ਗ੍ਰੰਥੀ ਸਾਹਿਬ ਗੁਰਦੁਆਰਾ ਬੰਗਲਾ ਸਾਹਿਬ ਜੀ ਨੇ ਹੁਕਮਨਾਮੇ ਰੂਪ ਵਿੱਚ ਸ਼ਰਵਣ ਕਰਵਾਇਆ ਹੈ। ਸਲੋਕ 12 ਤੇ ਵਧੇਕ ਦੀ ਰੱਬੀ ਬਾਣੀ ਦੀ ਇਹ ਕਥਾ ਆਪ ਜੀ ਨਿਰੰਤਰ ਕਈ ਦਿਨਾਂ ਤੋਂ ਸ਼ਰਵਣ ਕਰ ਰਹੇ ਹੋ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਆਪ ਕਿਰਪਾ ਕਰਨ, ਸਿਰ ਤੇ ਮੇਰਾ ਭਰਿਆ ਹੱਥ ਰੱਖ ਕੇ ਸ਼ਬਦ ਦੀ ਵਿਚਾਰ ਕਰਨ ਅਤੇ ਸੁਣਨ ਦੀ ਆਪ ਸਮਰੱਥਾ ਬਖਸ਼ਿਸ਼ ਕਰਨ। ਵਿਚਾਰ ਨਾਲ ਜੁੜਨ ਤੋਂ ਪਹਿਲਾਂ ਮਨ ਬਿਰਤੀਆਂ ਦੀ ਇਕਾਗਰਤਾ ਵਾਸਤੇ ਆਓ ਸਾਰੇ ਮਿਲ ਕੇ ਰਸਨਾ ਪਵਿੱਤਰ ਕਰੀਏ। ਉਚਾਰਨ ਕਰੋ ਜੀ, ਸਤਨਾਮ ਵਾਹਿਗੁਰੂ ਜੀ,
ਸਤਨਾਮ ਵਾਹਿਗੁਰੂ ਜੀ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ ਮਹਿਲਾ ਪਹਿਲਾ। ਉਦੋ ਸਾਹੈ ਕਿਆ ਨਿਸ਼ਾਨੀ, ਤੋਟ ਨਾ ਆਵੈ ਅੰਨੀ। ਅੰਨੀ ਤੋਂ ਭਾਵ ਹੈ ਅੰਨ। ਉਦੋ ਸਾਹੈ ਜਿਹੜਾ ਉਤਸ਼ਾਹੀ ਬੰਦਾ ਹੈ, ਜਿਹੜਾ ਜਿਹਨੂੰ ਆਪਾਂ ਬਿਜ਼ਨਸਮੈਨ ਵੀ ਕਹਿੰਦੇ ਨਾ, ਬਿਜ਼ਨਸ, ਸਦਾ ਆਪਣੇ ਆਪ ਨੂੰ ਕਾਰੋਬਾਰ ਦੇ ਵਿੱਚ ਵਿਅਸਤ ਰੱਖਣ ਵਾਲਾ, ਸਦਾ ਇਸ ਉਦਮ ਦੇ ਵਿੱਚ ਲੱਗਾ ਰਹਿੰਦਾ ਹੈ ਕਿ ਮੈਂ ਆਪਣੇ ਕਾਰੋਬਾਰ ਨੂੰ ਵਧਾਵਾਂ, ਆਪਣੇ ਕਾਰੋਬਾਰ ਨੂੰ ਐਕਸਟੈਂਡ ਕਰਾਂ, ਆਪਣੇ ਪ੍ਰੋਫਿਟ ਨੂੰ ਵਧਾਵਾਂ। ਉਹਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਦੋ ਸਾਹ ਹੈ। ਉਹ ਬੰਦਾ ਜਿਹੜਾ ਸਦਾ ਕੇਵਲ ਮਾਇਆ ਵਧਾਉਣ ਦੇ ਵਿੱਚ ਲੱਗਾ ਰਹਿੰਦਾ ਹੈ, ਰੱਬ ਵਾਲੇ ਪਾਸੇ ਨਹੀਂ, ਕੇਵਲ ਮਾਇਆ ਵਧਾਉਣ ਵਾਲੇ ਪਾਸੇ, ਕਾਰੋਬਾਰ ਵਧਾਉਣ ਵਾਲੇ ਪਾਸੇ ਲੱਗਿਆ ਰਹਿੰਦਾ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਅੱਧੀ ਤੁਕ ਦੇ ਵਿੱਚ ਸਵਾਲ ਕਰਦੇ ਨੇ। ਅੱਧੀ ਤੁਕ ਵਿੱਚ ਸਤਿਗੁਰੂ ਫਿਰ ਅੱਗੇ ਇਹਦਾ ਆਨਸਰ ਵੀ, ਉੱਤਰ ਵੀ ਸਤਿਗੁਰੂ ਦਿੰਦੇ ਨੇ। ਉਦੋ ਸਾਹੈ ਕਿਆ ਨਿਸ਼ਾਨੀ, ਤੋਟ ਨਾ ਆਵੈ ਅੰਨੀ। ਸਤਿਗੁਰ ਕਹਿੰਦੇ ਕਿ ਭਾਈ ਜਿਹੜਾ ਉਦਮੀ ਬੰਦਾ ਹੈ, ਜਿਹੜਾ ਰਾਤ ਦਿਨ ਕੋਸ਼ਿਸ਼ਾਂ ਕਰਕੇ ਮਾਇਆ ਕਮਾਉਂਦਾ ਹੈ, ਉਹਦੀ ਨਿਸ਼ਾਨੀ ਕੀ ਹੈ, ਉਹਦੀ ਪਹਿਚਾਣ ਕੀ ਹੈ? ਤੇ ਗੁਰੂ ਸਾਹਿਬ ਕਹਿੰਦੇ ਆ ਉਹਦੀ ਨਿਸ਼ਾਨੀ ਹੈ ਤੋਟ ਨਾ ਆਵੈ ਅੰਨੀ। ਭਾਵ ਕਿ ਉਹਨੂੰ ਅੰਨ ਧਨ ਦੀ ਕਦੀ ਤੋਟ ਨਹੀਂ ਆਉਂਦੀ। ਉਹਦੇ ਕੋਲ ਬਹੁਤਾਤ ਵਿੱਚ ਅੰਨ ਵੀ ਹੈ ਤੇ ਧਨ ਵੀ ਹੈ। ਜਿਹੜਾ ਬੰਦਾ ਉਦਮ ਵਿੱਚ ਲੱਗਾ ਹੈ, ਗੁਰੂ ਸਾਹਿਬ ਨੇ ਗੁਰਬਾਣੀ ਦੇ ਅੰਦਰ ਬਹੁਤ ਸਾਰੇ ਪ੍ਰਮਾਣ ਦਿੱਤੇ ਆ। ਕਿਸਾਨ ਦਾ ਵੀ ਪ੍ਰਮਾਣ ਦਿੱਤਾ ਹੈ, ਜ਼ਿਮੀਂਦਾਰ ਦਾ ਕਹਿੰਦੇ ਇਹ ਵੀ ਬੜਾ ਉਦਮੀ ਹੁੰਦਾ ਹੈ। ਇਸੇ ਵਾਸਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਮਨ ਹਾਲੀ ਕਿਰਸਾਣੀ ਕਰਨੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਾਲੀ ਵਰਗਾ, ਕਿਸਾਨ ਵਰਗਾ ਉਦਮੀ ਬਣ। ਕਿਸਾਨ ਵਰਗਾ ਤੂੰ ਉਦਮੀ ਬਣੇਗਾ ਤੇ ਤੂੰ ਨਾਮ ਵੀ ਜਪ ਸਕੇਗਾ, ਕਿਉਂਕਿ ਕਿਸਾਨ ਸਭ ਤੋਂ ਜ਼ਿਆਦਾ ਉਦਮੀ ਹੁੰਦਾ ਹੈ। ਕਿਰਸਾਣੀ ਕਿਰਸਾਨ ਕਰੇ, ਲੋਚੈ ਜੀਓ ਲਾਏ। ਕਿਉਂਕਿ ਸਰਦੀ ਹੋਵੇ, ਬਰਸਾਤ ਹੋਵੇ, ਗਰਮੀ ਹੋਵੇ, ਅੱਤ ਦੀ ਠੰਡ ਪੈ ਰਹੀ ਹੈ ਨਾ, ਕਿਸਾਨ ਅੱਜ ਵੀ ਆਪਣੀ ਸਰੋਂ ਨੂੰ ਪਾਣੀ ਲਾਉਣ ਵਾਸਤੇ ਰਾਤ ਰਾਤ ਭਰ ਖਲੋਤਾ ਰਹਿੰਦਾ ਹੈ। ਅੱਤ ਦੀ ਗਰਮੀ ਹੋਵੇ ਤਾਂ ਵੀ ਕਿਸਾਨ ਖੇਤ ਵਿੱਚ ਖਲੋਤਾ ਰਹਿੰਦਾ, ਬਾਰਿਸ਼ ਹੋਵੇ ਤਾਂ ਵੀ ਉਹਨੇ ਉਦਮ ਨਾਲ ਖੇਤ ਵਿੱਚ ਪਹੁੰਚਣਾ ਹੀ ਪਹੁੰਚਣਾ ਹੈ। ਇਸ ਵਾਸਤੇ ਗੁਰੂ ਸਾਹਿਬ ਨੇ ਕਿਸਾਨ ਦਾ ਪ੍ਰਮਾਣ ਦਿੱਤਾ, ਜ਼ਿਮੀਂਦਾਰ ਦਾ, ਕਿ ਕਿਰਸਾਣੀ ਕਿਰਸਾਨ ਕਰੇ। ਅਣਾਣੇ ਨਾਲ ਸਤਿਗੁਰਾਂ ਨੇ ਉਚਾਰਨ ਕੀਤਾ ਹੈ, ਕਿਰਸਾਣੀ ਕਿਰਸਾਨ ਕਰੇ, ਲੋਚੈ ਜੀਓ ਲਾਏ। ਹਲ ਜੋਤੈ ਉਦਮ ਕਰੇ, ਮੇਰਾ ਪੁੱਤ ਧੀ ਖਾਏ। ਹੁਣ ਇਹ ਉਦਮ ਜਿਹੜਾ ਹੈ ਨਾ, ਕੇਵਲ ਮਾਇਆ ਦਾ ਹੀ ਉਦਮ ਹੈ, ਰੱਬ ਵਾਲੇ ਪਾਸੇ ਦੇ ਉਦਮ ਦੀ ਗੱਲ ਨਹੀਂ ਹੈ। ਗੁਰੂ ਸਾਹਿਬ ਕਹਿੰਦੇ ਕਿਸਾਨ ਜਿਹੜਾ ਹੈ ਰੱਜ ਕੇ ਮਿਹਨਤ ਕਰਦਾ ਹੈ, ਫਸਲ ਪੈਦਾ ਕਰਦਾ ਹੈ, ਔਰ ਉਹਦੀ ਮਨਸ਼ਾ ਕੀ ਹੈ ਕਿ ਮੇਰੇ ਧੀਆਂ ਪੁੱਤਰ ਰੱਜ ਕੇ ਖਾਣ, ਆਨੰਦ ਵਿੱਚ ਰਹਿਣ, ਸੁੱਖ ਵਿੱਚ ਰਹਿਣ, ਉਹਨਾਂ ਨੂੰ ਅੰਨ ਧਨ ਦਾ ਕਦੀ ਤੋਟਾ ਨਾ ਆਵੇ। ਪਰ ਗੁਰੂ ਸਾਹਿਬ ਨੇ ਅਗਲੀ ਤੁਕ ਦੇ ਵਿੱਚ ਇਹ ਵੀ ਦੱਸਿਆ ਹੈ ਕਿ ਕੇਵਲ ਕਮਾਈ ਕਮਾਈ ਨਾਲ ਗੱਲ ਨਹੀਂ ਬਣਨੀ। ਹਲ ਜੋਤੈ ਉਦਮ ਕਰੇ, ਮੇਰਾ ਪੁੱਤ ਧੀ ਖਾਏ। ਤਿਉ ਹਰ ਜਨ ਹਰ ਹਰ ਜਪੈ, ਹਰ ਅੰਤ ਲਏ ਛਡਾਏ। ਸਤਿਗੁਰ ਕਹਿੰਦੇ ਇਸ ਤਰ੍ਹਾਂ ਜਿਵੇਂ ਕਿਰਸਾਨ ਉਦਮ ਕਰਦਾ ਹੈ, ਇਸ ਤਰ੍ਹਾਂ ਹਰੀ ਜਨ, ਹਰ ਦਾ ਜਨ, ਰੱਬ ਦਾ ਪਿਆਰਾ, ਗੁਰੂ ਦਾ ਪਿਆਰਾ ਹਰ ਹਰ ਜਪਦਾ ਹੈ, ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਅੱਲਾ ਅੱਲਾ ਜਪਦਾ ਹੈ, ਰਾਮ ਰਾਮ ਜਪਦਾ ਹੈ। ਤੇ ਜਪ ਜਪ ਕੇ
परमात्मा दी वो बख्शिश प्राप्त करदा है ताकि अंत लय छड़ाए, ताकि अंत वेले परमात्मा ओदी बांह फड़ लए, अंत वेले किते जमा दी मार ना पै जाए। इस वास्ते सतगुरां ने उद्यम की गल कीती है भी केवल ते केवल माया दा उद्यमी बंदा अन धन ते बहुत कमाएगा, पर नाम वाले पासे, गुरु वाले पासे, रब वाले पासे तो कंगाल रह जाएगा। जदों कोई रब रब करदा है, गुरु गुरु करदा है, ते सतगुर कहंदे ने परमेश्वर फुरमाया मींह उठा सहज सुभाए। परमात्मा फिर सहज सुभाव उहदे उत्ते अपनी मेहर दी बरसात करदा है, मेहर दा मींह वराउंदा है। अन धन बहुत उपजिया पृथ्वी रजी तिपत अघाए। सतगुर कहंदे फिर उस मनुख दे अंदर नाम दा बीज अंकुरित हुंदा है, नाम धन दे नाल वो प्रफुल्लित हो जाता है, अंदर नाम धन दा इतना खेड़ा आ जाता है कि यह धरती रूपी शरीर जिहड़ा है ये खिल उठदा है, प्रफुल्लित हो जाता है, अंदर बाहरों वो खिल जाता है, अंदरों भी प्रसन्न बाहरों भी प्रसन्न, हर तरह करके गुरु की मेहर उहदे उत्ते हो जाती है। जेड़ा केवल बाहरी धन कमाउण वास्ते नहीं, अंदरूनी धन नाम धन कमाउण दी भी कोशिश करता है। क्योंकि गुरबाणी दे अंदर जड़ा दुनियावी भौतिक पदार्थ ने इन्हां नूं कमाउण दी कोई ज़्यादा महत्ता नहीं है। गल्लां सतगुरां ने दो कीतियां ने, यह भी कहा भी वेले नहीं रहना, काम भी करना है। क्योंकि गुरु साहब ने तो क्या घाल खाए किछ हथों दे, नानक राह पछाणे से, किरत करनी भी जरूरी है, पर केवल ते केवल किरत दे ही आले दुआले घूमी जाना ते रब वाले पासियों टोटा आ जाना, ये सतगुरां नूं कबूल नहीं। ये अकाल पुरख वाहिगुरु दे दर ते ये मंजूर नहीं है। इस वास्ते गुरु नानक पातशाह महाराज जी समझा रहे ने, उदो सा है क्या निशानी टोट ना आवे अन्नी। जेड़ा मनुख उद्यमी है, उत्साही है, उस मनुख नूं कदी अन्न धन दा टोटा नहीं आउंदा। आपां बड़ी वारी वेखदे भी फलाणा ते गुरुद्वारे ही नहीं आउंदा, फलाणा ते पाठ ही नहीं करदा, फलाणा ते कदी नितनेम ही नहीं करदा, वो ते कदी चंगे पासे ही नहीं तुरदा, पर उहनूं धन दी कोई कमी नहीं है। इस गल नूं गुरु नानक पातशाह इत्थे स्पष्ट कर रहे आ कि वो चाहे इस पासे नहीं आ रहा, पर जे वो कारोबार वास्ते उद्यम कर रहा तो गुरु साहब ने, अकाल पुरख ने कारोबार विच ते उहनूं बरकत देनी है, क्योंकि मेहनत कर रहा है। पर एक पक्ष सिर्फ उहदे कोल है, भगती वाले पक्ष तो जिहड़ा है वो खाली रह जाएगा। उदो सी घरे ही उठी कूड़ी रन्नी थम्मी। अगली तुक विच गुरु नानक पातशाह महाराज जी कह रहे ने, उदो सी जेड़ा उदासीपन, उपरामता, सतगुर कहंदे उपरामता उस मनुख दे अंदर सदा बनी रहिंदी है, जेड़ा केवल माया कमाउण दे चक्कर विच लगा रहिंदा है, जेड़ा केवल माया माया पुकारदा रहिंदा है, उस मनुख दे अंदर उपरामता सदा बनी रहिंदी है, टिकाव नहीं आउंदा, वो मनुख सदा भटकणा दे विच पिया रहिंदा है। गुरु नानक पातशाह महाराज जी समझाउंदे ने कि मन दा जिहड़ा खिंडाव है, मन दा जिहड़ा मोह है, पदार्थां दा जिहड़ा मोह है, इहदे वास्ते कोई बहुता वड्डा पसारा किसे कोल होवे इहदी लोड़ नहीं है। किसे कोल बहुत ज़्यादा धन होवे, बहुत ज़्यादा प्रॉपर्टी होवे, ओदी लोड़ नहीं है मन नूं भटकाउण वास्ते। एक मनुख जिहड़ा जंगल विच बैठा है, वो मनुख भी माया मोह दे विच फस सकदा है, बशर्ते कि ओदा मन जिहड़ा है मोह विच फसिया होवे। ऐसा ही भुलेखा सुखदेव ऋषि नूं पिया सी राजा जनक बारे। राजा जनक दे कोल क्या सी
ਪਹੁੰਚਿਆ ਸੀ ਗੁਰੂ ਧਾਰਨ ਕਰਨ ਵਾਸਤੇ। ਗਿਆਨ ਚਰਚਾ ਹੋ ਰਹੀ ਸੀ। ਮਨ ਵਿੱਚ ਸ਼ੰਕਾ ਆਇਆ ਬਈ ਰਾਜਾ ਜਨਕ, ਜਿਹਦੇ ਬਾਰੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ ਬਚਨ ਕੀਤੇ ਨੇ, ਜਨਕ ਜਨਕ ਬੈਠੇ ਸਿੰਘਾਸਨ, 9 ਮੁਨੀ ਧੂਰ ਲੈ ਲਾਵੇਂਗੇ। ਭਾਈ ਗੁਰਦਾਸ ਜੀ ਨੇ ਵੀ ਬਚਨ ਕੀਤੇ ਨੇ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਰਾਜ ਭਾਗ ਦੇ ਹੁੰਦਿਆਂ ਹੋਇਆਂ ਵੀ ਮਾਇਆ ਤੋਂ ਨਿਰਲੇਪ ਹੈ ਰਾਜਾ ਜਨਕ। ਰਿਸ਼ੀ ਸੁਖਦੇਵ ਦੇ ਮਨ ਵਿੱਚ ਸ਼ੰਕਾ ਆ ਗਿਆ। ਹੁਣ ਸ਼ੰਕਾ ਆਇਆ ਕਿ ਇੰਨਾ ਵੱਡਾ ਪਸਾਰਾ, ਇੰਨਾ ਵੱਡਾ ਰਾਜ, ਧਨ ਪਦਾਰਥ, ਸੁੰਦਰ ਇਸਤਰੀਆਂ, ਸਾਰਾ ਕੁਝ ਹੈ, ਇਹਦਾ ਮਨ ਕਿਵੇਂ ਟਿਕ ਸਕਦਾ? ਮਨ ਨਹੀਂ ਟਿਕ ਸਕਦਾ। ਉਸ ਵੇਲੇ ਫਿਰ ਰਾਜੇ ਜਨਕ ਨੇ ਕੌਤਕ ਵਰਤਾਇਆ। ਦਰਬਾਨ ਆਇਆ, ਕਹਿਣ ਲੱਗਾ ਰਾਜਨ, ਮਹਿਲਾਂ ਵਿੱਚ ਅੱਗ ਲੱਗ ਗਈ ਹੈ। ਰਾਜਾ ਜਨਕ ਵਿਚਲਿਤ ਨਹੀਂ ਹੋਇਆ, ਪਰੇਸ਼ਾਨ ਨਹੀਂ ਹੋਇਆ, ਬਿਲਕੁਲ ਸਹਿਜ ਸੁਭਾਅ ਦਰਬਾਨ ਨੂੰ ਕਿਹਾ, ਜਾਓ ਅੱਗ ਨੂੰ ਬੁਝਾ ਦਿਓ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਗਿਆਨ ਚਰਚਾ ਚੱਲ ਰਹੀ ਸੀ ਸੁਖਦੇਵ ਰਿਖੀ ਦੇ ਨਾਲ, ਉਸੇ ਤਰ੍ਹਾਂ ਬਿਲਕੁਲ ਟਿਕਾ ਵਿੱਚ ਰਾਜਾ ਜਨਕ ਬੈਠੇ ਹੋਏ। ਪਰ ਸੁਖਦੇਵ ਭਗਤ ਜਿਹੜਾ ਸੀ ਉਹ ਉੱਠ ਕੇ ਤੁਰਨ ਲੱਗਾ। ਰਾਜਾ ਜਨਕ ਕਹਿਣ ਲੱਗੇ, ਰਿਸ਼ੀ ਜੀ ਰੁਕ ਜਾਓ, ਗਿਆਨ ਚਰਚਾ ਹਲੇ ਅਧੂਰੀ ਹੈ। ਚਰਚਾ ਅਧੂਰੀ ਛੱਡ ਕੇ ਜਾਣਾ ਠੀਕ ਨਹੀਂ ਹੈ, ਠਹਿਰੋ। ਕਹਿਣ ਲੱਗਾ, ਮੇਰੀ ਕੁਪੀਨ ਬਾਹਰ ਪਈ ਹੈ, ਕਿਤੇ ਸੜ ਨਾ ਜਾਵੇ। ਰਾਜਾ ਜਨਕ ਕਹਿਣ ਲੱਗੇ, ਬਸ ਰਿਸ਼ੀ ਜੀ, ਮਨ ਨੂੰ ਭਟਕਾਉਣ ਵਾਸਤੇ, ਮਨ ਨੂੰ ਮੋਹ ਦੇ ਬੰਧਨਾਂ ਵਿੱਚ ਪਾਉਣ ਵਾਸਤੇ ਤੇ ਇੱਕ ਲੰਗੋਟੀ ਬੜੀ ਹੈ, ਬਹੁਤੇ ਧਨ ਦੀ ਤੇ ਲੋੜ ਹੀ ਕੋਨੀ। ਇੱਕ ਲੰਗੋਟੀ ਜਿਹੜੀ ਹੈ ਉਹੀ ਬੰਦੇ ਨੂੰ ਮਾਇਆ ਮੋਹ ਦੇ ਬੰਧਨਾਂ ਵਿੱਚ ਜਕੜ ਸਕਦੀ ਹੈ। ਰਾਜੇ ਜਨਕ ਨੇ ਸਮਝਾਇਆ, ਰਿਸ਼ੀ ਜੀ, ਬਾਹਰ ਦੀ ਮਾਇਆ ਨਹੀਂ ਵਿਚਲਿਤ ਕਰਦੀ, ਅੰਦਰੋਂ ਆਪਣੇ ਆਪ ਨੂੰ ਅੰਦਰੋਂ ਅਸੀਂ ਕਾਬੂ ਕਰਨਾ ਹੈ। ਅੰਦਰੋਂ ਅਸੀਂ ਆਪਣੇ ਆਪ ਨੂੰ ਸੰਭਾਲਣਾ। ਜਦੋਂ ਅਸੀਂ ਅੰਦਰੋਂ ਆਪਣੇ ਆਪ ਨੂੰ ਸੰਭਾਲ ਲਿਆ, ਬਾਹਰ ਦੀ ਮਾਇਆ ਸਾਡਾ ਕੁਝ ਨਹੀਂ ਵਿਗਾੜ ਸਕਦੀ। ਤਿਨਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ, ਜੋ ਨਾਮ ਹਰ ਰਾਤੇ। ਸਤਿਗੁਰ ਕਹਿੰਦੇ, ਜਿਹੜੇ ਮਨੁੱਖ ਪਰਮਾਤਮਾ ਦੇ ਸਿਮਰਨ ਵਿੱਚ ਜੁੜੇ ਨੇ ਨਾ, ਉਹਨਾਂ ਦਾ ਖਾਣਾ ਪੀਣਾ ਪਹਿਨਣਾ ਹੰਡਾਉਣਾ ਸਾਰਾ ਕੁਝ ਪਵਿੱਤਰ ਹੈ। ਅਪਵਿੱਤਰ ਉਹਨਾਂ ਦਾ ਕੁਝ ਵੀ ਨਹੀਂ ਹੈ। ਹਰ ਦਿਨ ਉਹਨਾਂ ਵਾਸਤੇ ਮੁਬਾਰਕ ਹੈ, ਸ਼ੁਭ ਹੈ। ਜਿਹੜੇ ਨਾਮ ਨਾਲ ਜੁੜ ਗਏ, ਜਿਹੜੇ ਰੱਬ ਨਾਲ ਜੁੜ ਗਏ, ਜਿਹੜੇ ਗੁਰੂ ਨਾਲ ਜੁੜ ਗਏ, ਪਰਮਾਤਮਾ ਨਾਲ ਜੁੜ ਗਏ, ਉਹਨਾਂ ਦਾ ਹਰ ਕੰਮ ਜਿਹੜਾ ਹੈ ਉਹ ਸ਼ੁਭ ਹੋਏਗਾ, ਮੁਬਾਰਕ ਹੋਏਗਾ, ਚੰਗਾ ਹੋਏਗਾ, ਫਲਦਾਈ ਹੋਏਗਾ। ਰਾਜਾ ਜਨਕ ਕਹਿਣ ਲੱਗੇ, ਤੇਰੇ ਕੋਲ ਤੇ ਕੋਈ ਇਸਤਰੀ ਵੀ ਨਹੀਂ ਹੈ, ਤੇਰਾ ਵਿਆਹ ਵੀ ਨਹੀਂ ਹੋਇਆ, ਰਿਸ਼ੀ ਸੁਖਦੇਵ, ਤੇ ਤੂੰ ਮੇਰੀਆਂ ਇਸਤਰੀਆਂ ਵੇਖ ਵੇਖ ਕੇ ਵਿਚਲਿਤ ਹੋ ਰਿਹਾ। ਕਿਉਂ? ਕਿਉਂਕਿ ਜਿੰਨਾ ਤੁਸੀਂ ਇਸਤਰੀ ਤੋਂ ਦੂਰ ਭੱਜੋਗੇ ਨਾ, ਓਨਾ ਹੀ ਜ਼ਿਆਦਾ ਤੁਸੀਂ ਇਹਦੇ ਵਿੱਚ ਫਸਦੇ ਜਾਓਗੇ, ਮੋਹ ਮਾਇਆ ਦੇ ਵਿੱਚ ਫਸਦੇ ਜਾਓਗੇ। ਰਾਜਾ ਜਨਕ ਕਹਿਣ ਲੱਗਾ, ਇਸਤਰੀ ਨੂੰ ਸਮਝਣਾ ਪਏਗਾ, ਮਾਂ ਤੋਂ ਸ਼ੁਰੂ ਕਰਨਾ ਪਏਗਾ। ਪਹਿਲਾਂ ਮਾਤਾ, ਫਿਰ ਭੈਣ, ਫਿਰ ਇਸਤਰੀ, ਤੇ ਫਿਰ ਪੁੱਤਰੀ, ਬੇਟੀ। ਜਦੋਂ ਇਸ ਤਰ੍ਹਾਂ ਇਸਤਰੀ ਨੂੰ ਦੇਖੋਗੇ ਤੇ ਇਸਤਰੀ ਤੁਹਾਨੂੰ ਨਰਕ ਦੁਆਰੀ ਨਹੀਂ, ਇਸਤਰੀ ਤੁਹਾਨੂੰ ਮੁਕਤ ਦੁਆਰੀ ਨਜ਼ਰ ਆਏਗੀ। ਇਹੋ ਕਾਰਨ ਸੀ ਕਿ ਰਿਸ਼ੀ ਮੁਨੀ ਜਿਹੜੇ ਸੀ ਉਹ ਜੰਗਲਾਤ ਵਿੱਚ ਭੱਜ ਜਾਂਦੇ ਸੀ, ਆਪਣੀ ਔਰਤ ਨੂੰ, ਆਪਣੇ ਬੱਚਿਆਂ ਨੂੰ ਛੱਡ ਕੇ ਚਲੇ ਜਾਂਦੇ ਸੀ। ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸਭ ਨੂੰ ਵਰਜਿਆ ਸੀ, ਕਹਿ ਦਿੱਤਾ ਸੀ ਕਿ ਗ੍ਰਸਤ ਜਿਹੜਾ ਹੈ ਉਹ ਪ੍ਰਧਾਨ ਹੈ, ਮਨ ਰੇ ਗਿਰਹੀ ਮਾਹੇ ਉਦਾਸ। ਭਾਈ ਗੁਰਦਾਸ ਜੀ ਕਹਿੰਦੇ, ਸਕਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਗ੍ਰਸਤ ਜੀਵਨ ਜਿਹੜਾ ਹੈ ਉਹ ਸਭ ਤੋਂ ਸ੍ਰੇਸ਼ਟਤਮ ਹੈ, ਸਭ ਤੋਂ ਸ੍ਰੇਸ਼ਟ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵੀ ਇਹੀ ਬਚਨ ਕੀਤੇ ਸੀ ਕਿ ਇਸਤਰੀ ਈਮਾਨ, ਇਸਤਰੀ ਤੁਹਾਡੀ ਜੋ ਵਿਆਹਤਾ ਇਸਤਰੀ ਹੈ ਉਹ ਤੁਹਾਡੇ ਈਮਾਨ, ਤੁਹਾਡੇ ਕਰੈਕਟਰ ਦੀ, ਤੁਹਾਡੇ ਚਰਿੱਤਰ ਦੀ ਰਖਵਾਲੀ ਹੈ। ਇਸ ਵਾਸਤੇ
हर एक गुरसिख नूं सतगुरां दा उपदेश है कि वह गृहस्थ जीवन नूं अख्तियार करे, गृहस्थी रवे, गृहस्थ जीवन नूं अपनावे। धन गुरु नानक पातशाह महाराज जी समझा रहे ने, उदो सी घरे ही बुठी कूड़ी रन्नी थम्मी। अंदर कूड़ दियां विचारां भरियां पईयां ने, अंदर विकार भरे पे ने, इतने विकार भरे पे ने कि वह मन नूं टिकण नहीं देंदे, मन नूं भटकाई फिरदे ने, बार बार मन नूं भटकाउंदे ने, टिकण नहीं देंदे, रब वाले पासे नहीं तुरन देंदे। सत्ती रन्नी घरे सियापा रोवन कूड़ी कम्मी। गुरु नानक पातशाह महाराज जी कहते अंदर 7 विकार वालियां इस्त्रियां बैठियां ने। विकारी इस्त्रियां केड़ियां केड़ियां? 7। 2 अखां, 2 कान, नक है, मूँह है, जनन इंद्री है। सतगुर कहते ये जड़ियां ने ना, ये 7 इस्त्रियां जड़ियां तेरे शरीर विच ने, ये तेनू भटकाउंदियां ने। सत्ती रन्नी घरे सियापा, ये तेरा सियापा करदियां रहिंदियां, तेनू परेशान करदियां रहिंदियां ने, तेनू मुश्किलां विच पाउंदियां रहिंदियां। अखां देखो, अखां विषय विकार वेखदियां ने, अखी वेख ना रजियां बहु रंग तमाशे। भाई गुरदास साहब जी कहते ये अखां ने अनेकां रंग तमाशे वेखे आ। सीरीयल वेखदे होए बंदा बाथरूम भी नहीं जांदा, ते जे उन्होंने कहे बई तू गुटका फड़ के घंटा बह जा, तो उन्होंने उबासियां भी आउणगियां, उन्होंने नींद भी आएगी, वो बाहर भी भजेगा, वह गल्लां करन नूं मन करेगा, उन्होंने पता नहीं किहड़ियां किहड़ियां गल्लां चेते आउणगियां जिहड़ियां कई सालां दियां भुल्लियां सी। अखां जिहड़ियां ने गुरु साहब कहंदे ये तेनू भटका रहीआं ने, ये तेरे मन नूं विचलित कर रहीआं, क्योंकि बाहर ये भैड़ा वेखदियां ने, ये माड़ा वेखदियां ने, ते तेनू विचलित करदियां ने, तेनू भड़काउंदियां ने, भटका रहीआं ने, तेनू रस्ते तो भटका रहीआं ने, सच दे रस्ते तो तेनू विचलित कर रहीआं ने। पर गुरु साहब ते कहंदे ने, ये नेत्रो मेरेओ हर तुम मैं जोत रखी। सतगुर कहंदे ये नेत्रां दे विच अकाल पुरख वाहिगुरु ने जोत रखी है। हर बिन अवर ना देखो कोई, हर बिन अवर ना देखो कोई, नदरी हर ने हालिया। ये विश संसार तुम देखते, ये हर का रूप है, हर रूप नदरी आया। गुरु साहब कहते ये मेरे नेत्रो, जे तुसी वेखना है ते परमात्मा नूं वेखो इन्हां अखां विच, क्योंकि यह जिहड़ा संसार है ना, इस संसार दे अंदर ही परमात्मा है। खालक खलक, खलक मैं खालक, पूर रहो सर्व ठाई। परमात्मा हर एक दे अंदर विद्यमान है। इस संसार दे नूं जदों वेखो, इनू माड़ी दृष्टि नाल ना वेखो, हर एक दे अंदर रब बैठा है, हर एक दे अंदर परमात्मा बैठा है। ते जदों वेखना है ते फिर परमात्मा नूं वेखना है, ते फिर जदों ऐसी दृष्टि नाल नेत्र वेखणगे, फिर ये मनुख नूं भटकाणगे नहीं, कुराए नहीं पाउणगे। 2 अखां विचलित करदियां ने, पर जदों गुरु वाले पासे तुर पईयां, फिर ये मन नूं टिका देणगियां, मन नूं शांति देणगियां, मन नूं अडोलता सहजता देणगियां। ते कन्न जिहड़े ने ये भी चुगली निंदा सुनने वास्ते हमेशा तत्पर रहिंदे आ, बुराई सुनने वास्ते, भैड़ियां गल्लां सुनने वास्ते, भैड़े साकत गीत सुनने वास्ते बड़े तैयार रहिंदे आ। ते हुण अज दे मनोविग्यानिकां ने भी ये गल कही है भी जिहड़ी चीज़ असी कन्नां दे नाल सुनदे आ ना, वो साडे दिल और दिमाग दे अंदर असर करदी है, और बड़े लंबे समय तक असर करदी है। जदों विकारी गाने सुनांगे, विकारी गल्लां सुनांगे, भैड़ियां बातां सुनांगे, ते मन भी विकारी होएगा, मनुख भटकणा विच पै जाएगा। इसे वास्ते गुरु साहब ने क्या, ये शरवणो मेरेओ सच है सुनने नूं पठाए। ऐ मेरे कन्नों जे तू सुनना है, तू सच दी गल सुन, रब दी गल सुन,
परमात्मा दी गल सुन, परमात्मा वाले पासे तुर। ए शरवणों मेरेओ साचै सुनने नूं पठाए, साचै सुनने नूं पठाए शरीर लाए, सुनो सत बाणी। और जेदे सुनन नाल तेरा तन ते मन हरिया हो जाएगा। सुक्का सड़िया हिरदा जिहड़ा विकारां दे विच सड़िया पिया है, माड़ियां गल्लां सुन सुन के मन सुख सड़ गया है, हरियावल अंदर बिल्कुल नहीं है, अंदर खुशहाली बिल्कुल नहीं है। सतगुर कहंदे जिस वेले तू इन्हां कन्नां दे नाल गुर शब्द सुनेगा ना, अंदर रस पैदा होएगा, आत्मक सुख आत्मक आनंद दी तैनूं प्राप्ति होएगी जिस वेले तू गुरु दी बाणी सुनेगा। हुण नासका है, ये भी नवीआं नवीआं सुगंधियां लैंदी है। सुगंधियां दे विच ही मनुख नूं पता नहीं किहड़े किहड़े पासे तोड़ देंदी है। जबान है, मूँह दे नाल मनुख पता नहीं कैसे कैसे पदार्थ खांदा है जो शरीर विच विकार पैदा करदे ने, शरीर विच रोग पैदा करदे ने। और जबान ते दित्ती सी सिमरन करन वास्ते, नाम जपण वास्ते, चंगे बचन बोलण वास्ते। कहंदे जे साडे कोल कुछ देण वास्ते नहीं है ना, पैसा टका नहीं है किसी नूं देण वास्ते, ते असीं जे किसी नूं प्यार दे बोल भी बोल देंगे ना, ਉਹਦੇ नाल भी समझो कि असीं कोई परोपकार कर दिता है। जबान मिठे बोल बोल के परोपकार कर सकती है। नेत्र ने, करण ने, नासका है, जबान है। सतगुर कहंदे ये जदों गुरु दे हुक्म विच चलणगे ते ऐ मनुख तेरी जड़ी भटकना है, ਜਿਹੜਾ तू बार बार जन्म मरण के गेड़ विच पै रहा है, इन्हां सत विकारी इस्त्रियां, दो अखां दो कन नक जबान, ये सत जड़ियां ने ना, सत्ती रन्नी घरे से आपा रोवन कूड़ी कमी। ये ऐसे कूड़े कर्म तेरे कोलों कराउंदियां ने कि तैनूं सारी जिंदगी भटका के रख देंदियां ने। जिहड़ा तेरा असल मार्ग सी ना, सच दा मार्ग, रब दा मार्ग, उस मार्ग दे उत्ते तैनूं तुरन नहीं देंदियां। तू तुरना सी सच दा पांधी, तू बनना सी जो लेवै सो देवै, नाही खट्टे दम सहमी। गुरु नानक पातशाह महाराज जी कहंदे केवल ते केवल तू माया ही कमाई है सारी उम्र, माया दे पिछे तू लगा रहा है, ते तू बहुत सारी माया इकट्ठी भी कीती है। खट्टे दम सहमी, सतगुर कहंदे फिर सहम अंदर पैदा होया है, डर अंदर पैदा होया है। माया ते इकट्ठी कीती है पर अंदर सहम पैदा हो गया, डर पैदा हो गया। जिस ग्रह बहुत तिसे ग्रह चिंता, चिंता खा रही है। ते गुरु साहब कहंदे फिर दान कर, ਜਿਹੜੀ माया तू बहुत सारी कमाई है तो ये विचों दान कर। पर गुरु नानक साहब कह रहे ने जो लेवै सो देवै नाही। कहते जे इकट्ठी कर ली है तो हुण देण नूं जी नहीं करता, इकट्ठी करी जा रहा है, करी जा रहा, पर विचों कोई दान पुण्य नहीं कर रहा, कोई धर्म कारजां वास्ते खर्च नहीं कर रहा। गुरु नानक पातशाह इस शब्द दे विच यही समझा रहे ने कि ऐ मनुख जे माया दुख देण लग पई है तो इनू खर्च करना शुरू कर धर्म कारजां वास्ते, लोक भलाई वास्ते, गरीब दी मदद कर। गरीब दा मूँह गुरु दी गोलक, गुरु साहब ने कहा है जे किसे गरीब दी मदद करेगा तो गुरु नानक साहब नू लंगर छकाउण दे बराबर होएगा। धर्म कारजां वास्ते माया कढ़, पर गुरु साहब कहंदे जो लेवै सो देवै नाही खट्टे दम सहमी। हुण सहम दे विच पै गया है कि इतनी माया इकट्ठी कीती है पर खुशहाली नहीं आई, क्योंकि बंदा इतने विकार करदा है, पापां बाझों होवै ना ही मोया साथ न जाई। गुरु साहब ने स्पष्ट गल कीती है कि बिना पाप कीतियां ये बहुती इकट्ठी नहीं हुंदी।
ਹੁਣ ਪਿਛਲੇ ਸ਼ਲੋਕ ਜਿਹੜੇ ਸੀ ਨਾ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਇਹ ਕੀ ਸੀ? ਬਾਬਰ ਮਾਇਆ ਹੀ ਤੇ ਇਕੱਠੀ ਕਰਨ ਆਇਆ ਸੀ, ਤਾਂ ਹੀ ਤੇ ਉਹਨੇ ਕਹਿਰ ਮਚਾਇਆ ਹੋਇਆ ਸੀ, ਤਾਂ ਹੀ ਤੇ ਸਾਰੇ ਪਾਸੇ ਕਹਿਰ ਮਚਿਆ ਹੋਇਆ ਸੀ। ਕਿਉਂਕਿ ਬਾਬਰ ਕੇਵਲ ਤੇ ਕੇਵਲ ਮਾਇਆ ਇਕੱਠੀ ਕਰਨੀ, ਵੱਡੇ ਵੱਡੇ ਦੇਸ਼ਾਂ ਤੇ ਰਾਜ ਕਰਨਾ, ਕੇਵਲ ਉਹਦਾ ਇੱਕ ਮਕਸਦ ਸੀ। ਰੱਬ ਦੀ, ਖੁਦਾ ਦੀ ਪ੍ਰਾਪਤੀ ਵਾਲੇ ਪਾਸੇ ਉਹਦਾ ਕੋਈ ਧਿਆਨ ਨਹੀਂ ਸੀ। ਇਸੇ ਕਰਕੇ ਉਹ ਕਹਿਰ ਮਚਾ ਰਿਹਾ ਸੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਹਿ ਦਿੱਤਾ ਵੀ ਲਾਹੌਰ ਸ਼ਹਿਰ ਦੇ ਅੰਦਰ ਸਵਾ ਪੈਰ ਰਾਤ ਰਹਿੰਦਿਆਂ ਤੋਂ ਜ਼ੁਲਮ ਹੋਣੇ ਸ਼ੁਰੂ ਹੋ ਜਾਂਦੇ ਨੇ, ਗਰੀਬ ਮਾਰ ਹੋਣੀ ਸ਼ੁਰੂ ਹੋ ਜਾਂਦੀ। ਇਸ ਵਾਸਤੇ ਲਾਹੌਰ ਸ਼ਹਿਰ ਜਿਹੜਾ ਹੈ ਕਹਿਰ ਦੇ ਬਰਾਬਰ ਹੈ, ਜ਼ਹਿਰ ਦੇ ਬਰਾਬਰ ਹੈ। ਇੱਥੇ ਕਹਿਰ ਹੋ ਰਿਹਾ ਹੈ, ਇੱਥੇ ਜ਼ਹਿਰ ਫੈਲਿਆ ਹੋਇਆ ਚਾਰੇ ਪਾਸੇ। ਇਹ ਲਾਹੌਰ ਸ਼ਹਿਰ ਨਹੀਂ ਹੈ, ਜ਼ਹਿਰ ਕਹਿਰ ਹੈ। ਇਹ ਜ਼ਹਿਰ ਭਰਿਆ ਸ਼ਹਿਰ ਹੈ ਲਾਹੌਰ। ਹੁਣ ਇਹਦਾ ਅੰਤਰੀਵ ਭਾਵ ਵੀ ਗੁਰੂ ਸਾਹਿਬ ਦੱਸਦੇ ਨੇ ਕਿ ਇਹ ਲਾਹੌਰ ਸ਼ਹਿਰ ਜ਼ਹਿਰ ਕਹਿਰ ਕੀ ਹੈ। ਜੇ ਕੋਈ ਮਨੁੱਖ ਵਿਸ਼ੇ ਵਿਕਾਰਾਂ ਦੀ ਪੰਡ, ਪਾਪਾਂ ਦੀ ਪੰਡ ਲੈ ਕੇ ਚੁੱਕ ਕੇ ਆਪਣੇ ਸਿਰ ਤੇ ਤੁਰਿਆ, ਤੇ ਗੁਰੂ ਸਾਹਿਬ ਕਹਿੰਦੇ ਇਹ ਵੀ ਲਾਹੌਰ ਸ਼ਹਿਰ ਹੀ ਹੈ, ਇਹ ਵੀ ਜ਼ਹਿਰ ਕਹਿਰ ਹੀ ਹੈ। ਜੇ ਕਿਸੇ ਨੇ ਅੰਮ੍ਰਿਤ ਮਈ ਸਮਾਂ ਜਿਹੜਾ ਹੈ, ਕੋਈ ਮਨੁੱਖ ਕਿਤੇ ਵੀ ਬੈਠਾ ਹੈ, ਜੇ ਉਹਨੇ ਅੰਮ੍ਰਿਤਮਈ ਸਮਾਂ ਨਹੀਂ ਸੰਭਾਲਿਆ, ਉਸ ਅੰਮ੍ਰਿਤਮਈ ਸਮੇਂ ਦੇ ਵਿੱਚ ਵਿਕਾਰਾਂ ਵਾਲੇ ਪਾਸੇ ਪੈ ਗਿਆ ਹੈ, ਤੇ ਗੁਰੂ ਸਾਹਿਬ ਕਹਿੰਦੇ ਨੇ ਉਹ ਹਰ ਥਾਂ ਲਾਹੌਰ ਹੈ, ਉਹ ਹਰ ਥਾਂ ਜ਼ਹਿਰ ਕਹਿਰ ਦੇ ਸਮਾਨ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਜਦੋਂ ਲਾਹੌਰ ਆਏ ਨੇ ਨਾ, ਤੇ ਉਹਨਾਂ ਨੇ ਵੇਖਿਆ ਕਿ ਚਾਰੇ ਪਾਸੇ ਜ਼ੁਲਮ ਹੋ ਰਹੇ ਨੇ। ਗੁਰੂ ਸਾਹਿਬ ਨੇ ਸੱਚ ਦਾ ਪ੍ਰਚਾਰ ਕਰਨਾ ਸੀ। ਦੇਖੋ ਅੱਜ ਕਈ ਬੰਦੇ ਕਹਿੰਦੇ ਜੀ ਗੁਰੂ ਨਾਨਕ ਸਾਹਿਬ ਨੇ ਬੜੀ ਨਿਮਰਤਾ ਦੇ ਨਾਲ ਪ੍ਰਚਾਰ ਕੀਤਾ। ਠੀਕ ਹੈ, ਉਹਨਾਂ ਨੇ ਡਾਂਗ ਚਾਹੇ ਕਿਸੇ ਨੂੰ ਨਹੀਂ ਮਾਰੀ, ਪਰ ਸਭ ਤੋਂ ਪਹਿਲੇ ਇਨਕਲਾਬੀ ਗੁਰੂ ਨਾਨਕ ਸਾਹਿਬ ਨੇ। ਬਾਬਰ ਨੂੰ ਜਾਬਰ ਕਹਿਣ ਦਾ ਹੀਆ ਜਿਹੜਾ ਸੀ ਉਹ ਗੁਰੂ ਨਾਨਕ ਸਾਹਿਬ ਦੇ ਅੰਦਰ ਸੀ, ਔਰ ਲਾਹੌਰ ਨੂੰ ਜ਼ਹਿਰ ਕਹਿਰ ਕਹਿਣ ਦਾ ਹੀਆ ਗੁਰੂ ਨਾਨਕ ਸਾਹਿਬ ਦੇ ਅੰਦਰ ਸੀ। ਸਭ ਤੋਂ ਵੱਡੇ ਇਨਕਲਾਬੀ ਸਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ। ਇਨਕਲਾਬ ਦਾ ਝੰਡਾ ਉਹਨਾਂ ਨੇ ਲਹਿਰਾ ਦਿੱਤਾ ਸੀ। ਜਦੋਂ ਕਹਿ ਦਿੱਤਾ ਵੀ ਤੁਸੀਂ ਜ਼ੁਲਮ ਕਰ ਰਹੇ ਹੋ, ਤੁਸੀਂ ਪਾਪੀ ਹੋ, ਤੁਸੀਂ ਅਪਰਾਧੀ ਹੋ, ਤੁਸੀਂ ਖੂਨੀ ਹੋ, ਇੱਕ ਰਾਜੇ ਨੂੰ ਇਹ ਗੱਲ ਕਹਿਣੀ ਆਪਣੀ ਮੌਤ ਸਹੇੜਨ ਦੇ ਬਰਾਬਰ ਹੁੰਦਾ ਹੈ। 1 ਮਿੰਟ ਚ ਕਤਲ ਕਰਕੇ ਰੱਖ ਦਿੰਦੇ ਨੇ ਰਾਜੇ, ਕਿਸੇ ਦਾ ਲਿਹਾਜ਼ ਨਹੀਂ ਕਰਦੇ, ਨਾ ਉਸ ਵੇਲੇ ਨਾ ਅੱਜ। ਬੋਲ ਕੇ ਵੇਖੋ, ਜੇ ਉਸੇ ਵੇਲੇ ਸਾਹ ਨਾ ਬੰਦ ਕਰ ਦੇਣ। ਇਹ ਰਾਜਿਆਂ ਦਾ ਧਰਮ ਰਿਹਾ ਹੈ ਜ਼ੁਲਮ ਕਮਾਉਣਾ, ਧਰਮੀ ਰਾਜਿਆਂ ਦਾ ਨਹੀਂ, ਪਾਪੀ ਰਾਜਿਆਂ ਦਾ ਧਰਮ ਸੀ। ਗੁਰੂ ਨਾਨਕ ਸਾਹਿਬ ਨੇ ਸੱਚ ਦਾ ਪ੍ਰਚਾਰ ਕੀਤਾ। ਉੱਥੇ ਇੱਕ ਭਾਈ ਤਾਰੂ ਜੀ, ਇੱਕ ਤੇ ਸ਼ਹੀਦ ਭਾਈ ਤਾਰੂ ਸਿੰਘ ਜੀ ਹੋਏ ਨਾ, ਇਹ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਭਾਈ ਤਾਰੂ ਜੀ ਹੋਏ ਨੇ, ਜਿਨ੍ਹਾਂ ਨੇ ਵੇਖਿਆ ਵੀ ਬਾਬਰ ਦੇ ਸਿਪਾਹੀ ਲਾਹੌਰ ਦੇ ਵਿੱਚ ਅੱਗਾਂ ਲਾ ਰਹੇ ਨੇ। ਭਾਈ ਤਾਰੂ ਜੀ ਪਾਣੀ ਦੀ ਬਾਲਟੀ ਭਰ ਕੇ ਤੁਰੇ ਨੇ ਅੱਗ ਬੁਝਾਉਣ ਵਾਸਤੇ। ਸਿਪਾਹੀਆਂ ਨੇ ਕਿਹਾ ਕੀ ਕਰ ਰਹੇ ਹੋ ਤੁਸੀਂ? ਭਾਈ ਤਾਰੂ ਜੀ ਨੇ ਪੁੱਛਿਆ ਤੁਸੀਂ ਕੀ ਕਰ ਰਹੇ ਹੋ? ਕਹਿੰਦੇ ਅਸੀਂ ਬਾਦਸ਼ਾਹ ਦਾ ਹੁਕਮ ਹੈ, ਸ਼ਹਿਰ ਨੂੰ ਅੱਗ ਲਾਉਣੀ ਹੈ। ਭਾਈ ਤਾਰੂ ਜੀ ਕਹਿਣ ਲੱਗੇ ਮੇਰੇ ਪਾਤਸ਼ਾਹ ਦਾ ਹੁਕਮ ਹੈ, ਅੱਗ ਬੁਝਾਉਣੀ ਹੈ। ਚਾਹੇ ਉਸ ਵੇਲੇ ਬਾਬਰ ਦੇ ਸਿਪਾਹੀਆਂ ਨੇ ਭਾਈ ਤਾਰੂ ਜੀ ਨੂੰ ਮੌਤ ਦੇ ਘਾਟ ਉਤਾਰਿਆ, ਪਰ ਉਹ ਸੱਚ ਦਾ ਉਪਦੇਸ਼ ਦੇਣ ਤੋਂ ਪਿੱਛੇ ਨਹੀਂ ਹਟੇ, ਅੱਗ ਬੁਝਾਉਣ ਤੋਂ ਪਿੱਛੇ ਨਹੀਂ ਹਟੇ। ਸ਼ਾਂਤੀ ਦਾ, ਭਲੇ ਦਾ ਉਪਦੇਸ਼ ਜਿਹੜਾ ਸੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ, ਉਹਨੂੰ ਦੇਣ ਤੋਂ ਪਿੱਛੇ ਨਹੀਂ ਹਟੇ। ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋ ਅਗਲਾ ਸ਼ਲੋਕ ਹੈ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ, ਇਹ ਕੀ ਸੀ? ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰੂ ਕੇ ਪਿਆਰੇ ਸਿੱਖ ਜਦੋਂ ਲਾਹੌਰ ਪਹਿਲੀ ਵਾਰੀ ਲੈ ਕੇ ਗਏ ਤੇ ਕਹਿਣ ਲੱਗੇ ਸਤਿਗੁਰੂ ਇਹ ਜ਼ਹਿਰ ਕਹਿਰ ਰੂਪੀ ਲਾਹੌਰ ਦੇ ਵਿੱਚ ਸ਼ਾਂਤੀ ਕਿਵੇਂ ਮਿਲੇਗੀ? ਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਨ ਕੀਤੇ ਸੀ ਕਿ ਜਿਹੜਾ ਮਨੁੱਖ ਇਸ ਰੌਲੇ ਗੋਲੇ ਵਾਲੇ ਸ਼ਹਿਰ ਵਿੱਚ, ਜ਼ਹਿਰ ਕਹਿਰ ਵਾਲੇ ਸ਼ਹਿਰ ਦੇ ਅੰਦਰ ਜਿਹੜਾ ਅੰਮ੍ਰਿਤ ਵੇਲੇ
ਸਵਾ ਪੈਰ ਦਾ ਸਮਾਂ ਜਿਹੜਾ ਹੈ ਉਹ ਸਿਫਤੀ ਦੇ ਘਰ ਵਿੱਚ ਚਲਾ ਜਾਏਗਾ, ਉਹ ਅੰਮ੍ਰਿਤਸਰ ਪਹੁੰਚ ਜਾਏਗਾ। ਅੰਮ੍ਰਿਤ ਵੇਲਾ ਸੰਭਾਲਣ ਦੀ ਗੱਲ ਕੀਤੀ ਸੀ ਤੇ ਜਿਸ ਵੇਲੇ ਇਸ ਜ਼ਹਿਰ ਕਹਿਰ ਵਾਲੇ ਲਾਹੌਰ ਸ਼ਹਿਰ ਦੇ ਅੰਦਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਚੂਨਾ ਮੰਡੀ ਲਾਹੌਰ ਵਿੱਚ ਪ੍ਰਕਾਸ਼ ਹੋਇਆ, ਜ਼ਹਿਰ ਕਹਿਰ ਦੇ ਅੰਦਰ ਅੰਮ੍ਰਿਤਸਰ ਦਾ ਪ੍ਰਕਾਸ਼ ਹੋ ਗਿਆ ਸੀ। ਔਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਹੁਕਮ ਨਾਲ ਹੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਅੰਮ੍ਰਿਤਸਰ ਸ਼ਹਿਰ ਵਸਾਇਆ, ਪੂਰਨ ਤਾਲ ਖਟਾਇਆ, ਅੰਮ੍ਰਿਤਸਰ ਵਿੱਚ ਜੋਤ ਜਗਾਵੈ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ। ਭਾਈ ਗੁਰਦਾਸ ਸਾਹਿਬ ਜੀ, ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਹਰਮੰਦਰ ਸਾਹਿਬ ਦੀ ਨੀਂਹ ਰੱਖੀ, ਸਥਾਪਨਾ ਕੀਤੀ, ਸੰਪੂਰਨਤਾ ਕੀਤੀ ਔਰ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਰੋਵਰ ਦੀ ਸੇਵਾ ਕਰਵਾਈ, ਆਪਣੇ ਹੱਥੀਂ ਸੇਵਾ ਕਰਵਾਈ। ਔਰ ਉਪਦੇਸ਼ ਕੀ ਸੀਗਾ? ਅੱਜ ਦਾ ਜੋ ਸ਼ਬਦ ਹੈ ਇਹ ਸਾਰਾ ਦਾ ਸਾਰਾ ਆਪਸ ਵਿੱਚ ਇੱਕ ਦੂਸਰੇ ਦੇ ਨਾਲ ਮਿਲਦਾ ਹੋਇਆ ਹੈ, ਇੱਕ ਦੂਸਰੇ ਦੇ ਨਾਲ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਦੋਂ ਅਰਥ ਭਾਵ ਸਮਝਾਂਗੇ ਉਸ ਵੇਲੇ ਸਾਰਾ ਸ਼ਬਦ ਜਿਹੜਾ ਹੈ ਉਹ ਜਦੋਂ ਪੜਾਂਗੇ ਤੇ ਫਿਰ ਸਾਨੂੰ ਸਮਝ ਆਏਗੀ ਕਿ ਗੁਰੂ ਨਾਨਕ ਪਾਤਸ਼ਾਹ ਉਪਦੇਸ਼ ਕੀ ਦੇਣਾ ਚਾਹੁੰਦੇ ਨੇ। ਅੰਮ੍ਰਿਤਸਰ ਸਿਫਤੀ ਦੇ ਘਰ ਵਿੱਚ ਕਿਵੇਂ ਪਹੁੰਚਣਾ ਹੈ? ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਨ ਕੀਤਾ ਹੈ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਕਿਵੇਂ ਬਣੇਗਾ? 5 ਸਰੋਵਰ ਨੇ ਅੰਮ੍ਰਿਤਸਰ ਸ਼ਹਿਰ ਦੇ ਅੰਦਰ। ਸਭ ਤੋਂ ਪਹਿਲਾਂ ਸਤਿਗੁਰ ਕਹਿੰਦੇ ਅੰਮ੍ਰਿਤਸਰ ਦੀ ਧਰਤੀ ਤੇ ਜਦੋਂ ਤੂੰ ਕਦਮ ਰੱਖੇਂਗਾ ਸਿੱਖਾ ਤੇ ਰਾਮਸਰ ਸਰੋਵਰ ਦੇ ਵਿੱਚ ਇਸ਼ਨਾਨ ਕਰੀਂ ਤੇ ਉਥੋਂ ਰਾਮ ਰਾਮ ਦੀ ਧੁਨੀ ਲਾਉਂਦਾ ਹੋਇਆ ਅੱਗੇ ਆਈ। ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਹੈ ਰਾਮਸਰ ਸਰੋਵਰ ਔਰ ਰਾਮਸਰ ਸਰੋਵਰ ਦੇ ਬਿਲਕੁਲ ਸਾਹਮਣੇ ਵਿਵੇਕਸਰ ਸਰੋਵਰ ਹੈ। ਸਤਿਗੁਰ ਕਹਿੰਦੇ ਇਸ ਤੋਂ ਬਾਅਦ ਫਿਰ ਵਿਵੇਕਸਰ ਸਰੋਵਰ ਦੇ ਵਿੱਚ ਇਸ਼ਨਾਨ ਕਰੀ, ਜਿੱਥੇ ਇਸ਼ਨਾਨ ਕਰਕੇ ਤੇ ਫਿਰ ਅਰਦਾਸ ਕਰੀ ਗੁਰੂ ਸਾਹਿਬ ਦੇ ਅੱਗੇ ਕਿ ਗੁਰੂ ਸਾਹਿਬ ਮੈਨੂੰ ਵਿਵੇਕ ਬੁੱਧ ਦੀ ਬਖਸ਼ਿਸ਼ ਕਰੋ, ਜਿਹਦੇ ਨਾਲ ਮੈਂ ਸੱਚ ਔਰ ਝੂਠ ਦੀ ਮੈਨੂੰ ਪਰਖ ਆ ਜਾਵੇ, ਸੱਚ ਕੀ ਹੈ ਝੂਠ ਕੀ ਹੈ ਇਹ ਮੈਨੂੰ ਸਮਝ ਆ ਜਾਵੇ, ਐਸੀ ਵਿਵੇਕ ਬੁੱਧ ਮੈਨੂੰ ਬਖਸ਼ੋ। ਵਿਵੇਕ ਸਰ ਇਸ਼ਨਾਨ ਕਰਨ ਦਾ ਅਰਥ ਕੀ ਹੈ? ਸੱਚ ਪਰਮਾਤਮਾ ਹੈ, ਸੱਚ ਧਰਮ ਹੈ, ਸੱਚ ਸੇਵਾ ਹੈ, ਚੁਗਲੀ ਨਿੰਦਾ ਬੁਰਾਈ ਇਹ ਝੂਠ ਨੇ, ਇਸ ਗੱਲ ਦੀ ਮੈਨੂੰ ਸਮਝ ਆ ਜਾਵੇ ਵਿਵੇਕ ਸਰ ਇਸ਼ਨਾਨ ਕਰਕੇ। ਉਸ ਤੋਂ ਅੱਗੇ ਸਤਿਗੁਰ ਕਹਿੰਦੇ ਸੰਤੋਖ ਸਰ ਦੇ ਸਰੋਵਰ ਵਿੱਚ ਆ ਜਾ। ਇੱਥੇ ਇਤਿਹਾਸ ਲਿਖਿਆ ਹੈ, ਜਿਸ ਵੇਲੇ ਸਰੋਵਰ ਦੀ ਖੁਦਾਈ ਹੋਈ ਇੱਥੋਂ ਇੱਕ ਮੱਠ ਸੀ, ਮੱਠ ਦੇ ਵਿੱਚ ਇੱਕ ਰਿਖੀ 10ਵੇਂ ਦੁਆਰ ਦੇ ਵਿੱਚ ਆਪਣੇ ਸਵਾਸ ਚੜਾ ਕੇ ਬੈਠਾ ਹੋਇਆ ਸੀ। ਗੁਰੂ ਸਾਹਿਬ ਨੇ ਜਦੋਂ ਚੇਤਨਾ ਦੇ ਵਿੱਚ ਇਸ ਨੂੰ ਲਿਆਂਦਾ, ਇਹਨੇ ਨੇਤਰ ਖੋਲੇ, ਕਹਿਣ ਲੱਗਾ ਮੇਰੇ ਵੱਡੇ ਮਹਾਂਪੁਰਖਾਂ ਨੇ ਬਚਨ ਕੀਤਾ ਸੀ ਗੁਰੂ ਨਾਨਕ ਸਾਹਿਬ ਦੀ 5ਵੀਂ ਜੋਤ ਮੇਰਾ ਉਧਾਰ ਕਰੇਗੀ। ਗੁਰੂ ਸਾਹਿਬ ਨੇ ਗੁਰਬਾਣੀ ਦਾ ਸ਼ਬਦ ਉਚਾਰਨ ਕੀਤਾ, ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥੰਬਿਓ ਪਾਸਾਰਾ, ਤਬ ਏਕੋ ਏਕੰਕਾਰਾ। ਇਹ ਪੂਰਾ ਸ਼ਬਦ ਜਦੋਂ ਸੁਣਾਇਆ ਤੇ ਰਿਸ਼ੀ ਦੇ ਪ੍ਰਾਣ ਪੰਖੇਰੂ ਉੱਡ ਗਏ ਔਰ ਸੱਚਖੰਡ ਪਿਆਨਾ ਕਰ ਗਿਆ। ਗੁਰੂ ਦੇ ਉਪਦੇਸ਼ ਲੈ ਕੇ ਸੰਤੋਖ ਸਰ ਤੋਂ ਭਾਵ ਸੀ ਸੰਤੋਖ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਤੇਰੇ ਕੋਲ ਭਾਵੇਂ ਘੱਟ ਸਾਧਨ ਨੇ ਪਰ ਤੇਰਾ ਮਨ ਸੰਤੋਖੀ ਹੋ ਜਾਵੇ, ਇਹ ਉੱਥੇ ਤੂੰ ਅਰਦਾਸ ਕਰਨੀ ਹੈ। ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ਼। ਸੰਤੋਖ ਸਰ ਤੋਂ ਬਾਅਦ ਫਿਰ ਕੌਲ ਸਰ ਵਿੱਚ ਆ ਜਾ। ਸਿਫਤੀ ਦੇ ਘਰ ਤੱਕ ਪਹੁੰਚਣਾ ਹੈ, ਅੰਮ੍ਰਿਤਸਰ ਤੱਕ ਪਹੁੰਚਣਾ ਹੈ। ਕੌਲ ਸਰ ਸਰੋਵਰ ਜਿਹੜਾ ਹੈ ਮਾਤਾ ਕੌਲਾਂ ਜੀ ਦੀ ਯਾਦ ਵਿੱਚ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਥਾਪਿਤ ਕੀਤਾ ਸੀ। ਕੌਲ ਸਰ ਤੋਂ ਤੂੰ ਕੀ ਉਪਦੇਸ਼ ਲੈਣਾ ਹੈ ਸਿੱਖਾ?
कौल सर विच इशनान करके तू कौल फुल दी तरह जिवें कमल फुल पानी विच निर्लेप रहिंदा है। तू संसार विच रहिंदे होए माया दे विच रहिंदे होए, क्योंकि आरंभता गुरु साहब ने माया तो ही कीती है। उदो साहे क्या निशानी तोट ना आवे अन्नी। गुरु साहब ने क्या है, माया दे विच रहिंदे होए संसार विच रहिंदे होए ऐ गुरु के प्यारे तू कमल फुल दी तरह निर्लेप रहना है, खिड़े रहना है, खुशबू देंदे रहना है, मिठे बचनां दी, चंगे सुभाव दी, चंगे बचन बोल के भला करके तू कमल फुल दी तरह खुशबू देनी है संसार नूं। कौल सर इशनान करके तेनू एक बख्शिश प्राप्त होवे। जिवें कौल फुल दा निशाना है, केंद्र है सूरज, सूरज निकलदा है, किरण पैंदी है, कमल फुल खिड़ जांदा है। सिख दा निशाना है परमात्मा, सिख दा केंद्र है परमात्मा। सिख अपना केंद्र परमात्मा दे नाल सदा जुड़िया रवे। कौल सर तो ये प्रेरणा मिलती है। कौल सर सरोवर इशनान करके ते अंतिम पंजवां सरोवर है अमृतसर। इसे दी गल कीती है धन गुरु अमरदास महाराज जी ने। लाहौर शहर अमृतसर सिफती दा घर। चाहे कुछ विद्वान कहते भी गुरु अमरदास महाराज जी के समय नहीं सी बनया सरोवर, पर गुरु साहब ने उस अमृत सरोवर की गल की है जिहड़ा साडे अंदर है, जिहड़ा साडे अंदरों निकलना है। गुरु साहब कहते जदों तू अमृतसर दे सरोवर वाल जाना है ते दुनिया दे पद्धर तो थल्ले उतरना पएगा। थल्ले पौड़ियां उतरदियां ना, थल्ले नूं उतरना पएगा। थल्ले नूं उतरना की है? उचाई साडे अंदर मैं मेरी दी है, मैं वड्डा, मैं धनवान, मैं वड्डा विद्वान, मैं उच्ची जात वाला। गुरु साहब कहते सब कुछ तेनू मैं मेरी त्याग के थल्ले उतरना पएगा। जदों तू अमृतसर दा इशनान करना है ते थल्ले उतर के जाना पएगा। जिस वेले तू थल्ले मैं मेरी तो थल्ले उतर आएगा, उस वेले तू अमृतसर सिफती दे घर तू पहुंच जाएगा। जेड़ा दर्शनी ड्योड़ी तो हरमंदर साहब का रस्ता है 84 कदम, वो तेरा मैं तो लैके तू तक दी जिहड़ी यात्रा है। तुरदे तुरदे तू मैं मिटा के ते तू करदे होए जदों हरमंदर साहब जाके सरदलां ते तू मत्था टेकदा है। सिखा जदों उपर मूँह चुकदा ते उपर लिखिया है सोने दी सेवा। महाराजा रणजीत सिंह नूं अपना सेवक जान के, सेवक ते दया करके, तरस करके गुरु रामदास महाराज जी ने सेवा करवाई। अज सिखा चाहे तू किन्ना भी सेवा गुरु घर लैके आ जा, पर ए ना हंकार ना कदी करी। उन्हां शब्दां नूं चेते रखी जो हरमंदर साहब लिखे ने कि तेरे उत्ते गुरु ने दया कीती है, गुरु ने तेरे उत्ते रहमत वरताई है, तां तू ये सेवा कर सके है। गुरु ने तरस करके तेरे कोलों सेवा लई है। जे गुरु तेरे ते तरस ना करदा ते तू ये सेवा किवें कर सकदा सी। अगली तुक दे विच सतगुरु गुरु नानक पातशाह महाराज जी बख्शिश करदे ने, पब्बर तू हरियावला कंवला कंचन वन। गल ते बाहरले सरोवर दी है, पर है अंदरले सरोवर दी नाल गल कीती है सतगुरां ने। गुरु नानक पातशाह महाराज जी ने भी है सरोवर तू ते बड़ा खिलिया होया सी, तेरे अंदर ते बड़ी महक सी, तेरे अंदर ते कौल फुल खिले होए सी, भवरे गूंजा पाउंदे सी। पब्बर तू हरियावला कवला कंचन वन। तेरे पानी दी ते बड़ी सफाई सी, लोग आके तेरे आले दुआले बहिंदे सी। अज की हो गया तेनू कै दोखड़े सड़ियो है, काली होइयां देहोरी नानक मैं तन भंग। गल फिर उत्थे ही आ जाती है। सरोवर दे राही गुरु साहब मनुख नू उपदेश देंदे ने कि मनुख जदों तू अपने केंद्र तो टुट जाएगा। साडा केंद्र की है?
गुरु ग्रंथ साहिब हरमंदर साहब आम धार्मिक अस्थानां ते गुंबद दे उत्ते जिहड़ा कमल है वह सीधा बनिया है, पर हरमंदर साहब ते जिहड़ा कमल फुल बनिया वह पुट्ठा बनिया है, मुद्दा। इस दा भाव यह है कि सिखा जदों तू हरमंदर साहब जाएगा तेरा केंद्र अंदर है, तेरा केंद्र सूरज नहीं है, तू सूरज नू पानी नहीं देना, तेरा केंद्र अंदर है। गुरु ग्रंथ साहब तेरा केंद्र है, तू गुरु ग्रंथ साहब तो सिक्ख्या लैके अगे चलना है। कै दोखड़े सड़ियो हैं काली होइया देहोरी नानक मैं तन पंग। कहंदे मैं अपने असले नालों टुट गया। जदों असी अपने असले नालों रब नालों गुरु नालों गुरबाणी नालों टुट जावांगे अंदर मैला हो जाएगा। जदों असी रब नाल जुड़े अंदर खुशहाली है, चेहरे ते खिलावट है, सब दा भला करन दा सोचांगे सब साडे कोल आउणगे। ते जदों अंदरों खिलावट खत्म हो गई रब नालों टुट गए, गुरु साहब कहंदे फिर कोई तुहाडे कोल नहीं बैठेगा। जाना पानी ना लहा जै सेती मेरा संग। जिस पानी करके जिस समुंदर तो वड्डी नदी तो मैं पानी लैंदा सी उहदे नालों मैं टुट गया, इस करके मेरा पानी गंदला हो गया। कौल फुल सड़ गए ने, मच्छर पैदा हो गए, काई पैदा हो गई अंदर विकारां दी, क्योंकि मैं अपने असले रब नालों गुरु नालों टुट गया है। जित डिठे तन पर फुड़ै चढ़ै चवगण वन। सतगुर कहंदे जिस गुरु नूं वेख के जिस गुरु दी संगत दे दर्शन करके मेरे अंदर चाह चढ़ जांदा सी, चवगण चौगुणा मन प्रफुल्लत हो जांदा सी। अज मैं गुरु नालों टुटा ते कोई मेरे लागे नहीं बहिंदा, कोई मेरे नाल गल बात नहीं कर रहा, क्योंकि छेकिया जो गया, क्योंकि गुरु नालों टुट गया। गुरु नालों टुटा ते रब नालों टुटा। जदों रब नालों मनुख टुट गया ते फिर वो छेकिया गया, ते फिर कोई भी उहदे कोल आके नहीं बहिंदा, कोई उहदी गल नहीं सुनदा। किसे टाइम उहदी बड़ी जय जयकार सी, पर जदों वो रब नालों टुटा, जदों गुरु नालों टुटा, जदों अपने असले नालों टुट गया, ते फिर कोई भी उहदे लागे नहीं बैठदा, कोई उहनूं इज्जत मान सत्कार नहीं दे रहा। जिस वेले भी असी गुरु कोल आउणा है, अपना सारा कुछ अभिमान, जात अभिमान, पैसे का अभिमान, ओहदे का अभिमान सब त्याग के आउणा है। जिस वेले मुल्तान की लड़ाई दे विच सिख फौज का बड़ा भारी नुकसान होया, कारण की सी कि पानी की कमी सी। महाराजा रणजीत सिंह जी नूं संदेश आया कि महाराजा पानी की कमी करके साडी फौज का भारी नुकसान हो रहा है, आप अरदास करो कि इत्थे मीह पै जावे। महाराजा रणजीत सिंह दरबार साहब पहुंचे ने, अचानक पहुंचे अरदास करने वास्ते। सारे जड़े अहुदेदार सी वो एकदम घबरा गए भी महाराजा आए ने और असी उन्हां दे स्वागत वास्ते कोई स्वागती गेट नहीं बना सके। बड़ी शर्मिंदगी महसूस की। महाराजा कोलों माफ़ी मंगी। महाराजा कह लगे मैं गुरु रामदास महाराज जी दे घर मंगता बन के आया है, अरदास करने आया है कि मुल्तान विच मीह पवे, मेरी फौज का नुकसान ना होवे, ते मंगतियां वास्ते कोई स्वागती गेट नहीं बनाउंदा। ये सी महाराजा रणजीत सिंह दी निमरता। ये सानू सिखनी पेगी भी जदों असी गुरु वाले पासे तुरना है ते फिर निमरता दे विच आके गुरु कोलों बख्शिश लैनी है। जिस वेले अरदास होई उस वेले मुल्तान दे विच मीह पै गया। ये है अमृतसर सिफती दे घर दी महिमा। समा हो चुका है इतनी सेवा प्रवान करनी, बेअंत भुल्लां दी खिमा बख्श देनी। हैड ग्रंथी साहिब, दिल्ली से गुरुद्वारा प्रबंधक कमेटी, सारी संगत दा धन गुरु ग्रंथ साहिब महाराज जी का कोटान कोट शुकर धन्यवाद। निम्रता सहित गुरु फतेह प्रवान करो जी। वाहिगुरु जी का खालसा, वाहिगुरु जी की फतेह।